इस वीडियो ਦੇ ਵਿੱਚ ਅਸੀਂ क्लास 10th मैथ ਦਾ चैप्टर नंबर 5 जिस ਦਾ नाम है अर्थमैटिक प्रोग्रेशन अंक गणितिक लड़ियाँ ਦੇ ਬਾਰੇ इंट्रोडक्शन पार्ट ਨੂੰ ਅਸੀਂ स्टडी करांगे। ਇਹਦੇ ਵਿੱਚ ਅਸੀਂ अंक गणितिक लड़ियाँ ਨੂੰ शॉर्टकट फॉर्म ਦੇ ਵਿੱਚ AP ਕਵਾਂਗੇ। AP मीनस A for अर्थमैटिक, P मीनस प्रोग्रेशन। AP ਹੁਣ ਹੁੰਦੀ ਕੀ ਹੈ? AP ਜਾਂ अंक गणितिक लड़ी ਕੀ ਹੁੰਦੀ ਹੈ? एक इस तरह ਦਾ ਨੰਬਰਾਂ ਦਾ ਸੀਕੁਐਂਸ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਕੌਨਸਟੈਂਟ ਹੋਵੇ। ਦੇਖੋ ਜਿਵੇਂ ਸਾਡੇ ਕੋਲ ਫਸਟ ਐਗਜ਼ਾਮਪਲ ਹੈਗੀ ਹੈ ਨੈਚੁਰਲ ਨੰਬਰਸ ਦੀ ਜਿਹੜੀ ਹੈਗੀ ਲਿਸਟ ਸਾਡੇ ਕੋਲ 1 2 3 4 ਇਹਨਾਂ ਦੇ ਵਿੱਚ ਜਿਹੜਾ ਬੇਸ ਡਿਫਰੈਂਸ ਹੈ ਇੱਕ ਸੀਰੀਜ਼ ਇੱਕ ਸੀਕੁਐਂਸ ਜਾ ਰਿਹਾ ਹੈ, ਇਹਨਾਂ ਦਾ ਜਿਹੜਾ ਡਿਫਰੈਂਸ ਹੈ ਕੌਨਸਟੈਂਟ ਹੈ। 1 ਤੇ 2 ਦਾ ਡਿਫਰੈਂਸ 1, 3 ਤੇ 2 ਦਾ ਡਿਫਰੈਂਸ 1, 4 ਤੇ 3 ਦਾ ਡਿਫਰੈਂਸ 1, ਜਿਨ੍ਹਾਂ ਦਾ ਕਾਮਨ ਜਿਹੜਾ ਡਿਫਰੈਂਸ ਹੈ ਉਹ ਸੇਮ ਹੋਵੇ ਉਹਨੂੰ ਅਸੀਂ ਕਵਾਂਗੇ AP ਮੀਨਸ ਅਰਥਮੈਟਿਕ ਪ੍ਰੋਗਰੈਸ਼ਨ। ਹੁਣ ਅਸੀਂ ਨੈਕਸਟ ਐਗਜ਼ਾਮਪਲ ਦੇਖਦੇ ਹਾਂ। ਇਹਦੇ ਵਿੱਚ ਵੀ ਨੰਬਰਾਂ ਦਾ ਇੱਕ ਇਸ ਤਰ੍ਹਾਂ ਦਾ ਸੀਕੁਐਂਸ ਹੈ ਜਿਹਦੇ ਵਿੱਚ ਡਿਫਰੈਂਸ ਜਿਹੜਾ ਹੈ ਕੌਨਸਟੈਂਟ ਹੈ। ਸੈਕਿੰਡ ਟਰਮ ਜਿਹੜੀ ਹੈ ਉਹਦੇ ਵਿੱਚੋਂ ਫਸਟ ਟਰਮ ਮਾਈਨਸ ਕਰਕੇ ਦੇਖੋ ਡਿਫਰੈਂਸ ਕਿੰਨਾ ਆ ਰਿਹਾ 5। ਇਸੇ ਤਰ੍ਹਾਂ 15 ਚੋਂ 10 ਅਸੀਂ ਮਾਈਨਸ ਕੀਤਾ ਹੈ 5, 20 ਦੇ ਵਿੱਚੋਂ 15 ਮਾਈਨਸ ਕੀਤਾ 5। ਜਿਹੜਾ ਡਿਫਰੈਂਸ ਹੈ ਉਹ ਕੌਨਸਟੈਂਟ ਹੈ ਕਿ ਸਾਂਝਾ ਅੰਤਰ ਜਿਸ ਦਾ ਸਮਾਨ ਹੋਵੇ ਉਸ ਨੂੰ ਅਸੀਂ AP ਕਹਿੰਦੇ ਹਾਂ। ਇਸੇ ਤਰ੍ਹਾਂ ਥਰਡ ਦੇਖੋ ਐਗਜ਼ਾਮਪਲ। ਥਰਡ ਐਗਜ਼ਾਮਪਲ ਦੇ ਵਿੱਚ ਫਸਟ ਟਰਮ ਹੈਗੀ ਹੈ 100, ਫਿਰ 90, ਫਿਰ 80, ਫਿਰ 70। ਇੱਕ ਪੈਟਰਨ ਬਣ ਰਿਹਾ ਹੈ, ਇੱਕ ਸੀਕੁਐਂਸ ਬਣ ਰਿਹਾ ਹੈ। ਇਹਨਾਂ ਦਾ ਹੁਣ ਅਸੀਂ ਡਿਫਰੈਂਸ ਦੇਖਦੇ ਹਾਂ। ਸੈਕਿੰਡ ਟਰਮ ਦੇ ਵਿੱਚੋਂ ਅਸੀਂ ਫਸਟ ਵਾਲੀ ਟਰਮ ਨੂੰ ਮਾਈਨਸ ਕਰਕੇ ਦੇਖਾਂਗੇ ਔਰ ਇਹ ਆ ਜਾਏਗਾ -10। ਇਸੇ ਤਰ੍ਹਾਂ 80 ਦੇ ਵਿੱਚੋਂ 90 ਅਗਰ ਮਾਈਨਸ ਕਰਾਂਗੇ ਇਹ ਆ ਜਾਏਗਾ -10। ਫਿਰ 70 ਚੋਂ 80 ਮਾਈਨਸ ਕਰਾਂਗੇ -10। ਦੇਖੋ ਡਿਫਰੈਂਸ ਕੀ ਹੈ? ਇਕੁਅਲ ਹੈ। ਜਿਨ੍ਹਾਂ ਦਾ ਡਿਫਰੈਂਸ ਕੌਨਸਟੈਂਟ ਹੋਵੇ ਜਾਂ ਸਾਂਝਾ ਅੰਤਰ ਬਰਾਬਰ ਹੋਵੇ ਇੱਕ ਸਮਾਨ ਹੋਵੇ ਉਹਨੂੰ ਅਸੀਂ ਕਵਾਂਗੇ AP। ਨੈਕਸਟ ਦੇਖਦੇ ਹਾਂ ਅਸੀਂ ਇਹਦੇ ਵਿੱਚ ਫਸਟ ਜਿਹੜੀ ਟਰਮ ਹੈ ਫਸਟ ਟਰਮ ਨੂੰ ਅਸੀਂ ਕਵਾਂਗੇ ਦੇਖੋ AP ਦੀ ਇੱਕ ਜਨਰਲ ਫਾਰਮ ਹੈ A1, A2, A3 ਅਪ ਟੂ ਸੋ ਔਨ। ਅਪ ਟੂ ਲਾਸਟ ਟਰਮ ਕਿਹੜੀ ਲਿਖੀ ਹੋਈ ਹੈ AN ਮੀਨਸ ਲਾਸਟ ਵਾਲੀ ਟਰਮ nth ਟਰਮ। ਫਸਟ ਟਰਮ ਨੂੰ ਅਸੀਂ A1 ਕਹਿੰਦੇ ਹਾਂ, ਸੈਕਿੰਡ ਟਰਮ ਨੂੰ A2, ਥਰਡ ਟਰਮ ਨੂੰ ਅਸੀਂ ਕਵਾਂਗੇ A3। ਇਸੇ ਤਰ੍ਹਾਂ ਫੋਰਥ ਵਾਲੀ ਨੂੰ ਅਸੀਂ A4 ਕਵਾਂਗੇ ਔਰ ਲਾਸਟ ਵਾਲੀ ਜਿਹੜੀ ਟਰਮ ਹੋਏਗੀ AN। ਡਿਫਰੈਂਸ ਨੈਕਸਟ ਹੈਗਾ ਸਾਡੇ ਕੋਲ। ਡਿਫਰੈਂਸ ਅਸੀਂ ਕਿਵੇਂ ਫਾਈਂਡ ਆਊਟ ਕਰਨਾ ਹੈ? ਸੈਕਿੰਡ ਵਾਲੀ ਟਰਮ ਦੇ ਵਿੱਚੋਂ A2 ਦੇ ਵਿੱਚੋਂ A1 ਮਾਈਨਸ ਕਰ ਦੇਣਾ। ਦੇਖੋ ਇਸੇ ਤਰ੍ਹਾਂ ਅਸੀਂ A3 ਦੇ ਵਿੱਚੋਂ ਇੱਥੇ A3 ਹੈ A3 ਦੇ ਵਿੱਚੋਂ ਅਸੀਂ A1 A2 ਨੂੰ ਮਾਈਨਸ ਕਰ ਦੇਵਾਂਗੇ ਉਹ ਹੋ ਜਾਏਗਾ ਸਾਡੇ ਕੋਲ D ਡਿਨੋਟਸ ਟੂ ਡਿਫਰੈਂਸ ਸਾਂਝਾ ਅੰਤਰ। ਇਸ ਤਰ੍ਹਾਂ ਅੰਕ ਗਣਿਤਿਕ ਲੜੀ ਦੀ ਇੱਕ ਪਰਿਭਾਸ਼ਾ ਬਣ ਜਾਵੇਗੀ, ਇੱਕ ਡੈਫੀਨੇਸ਼ਨ ਬਣ ਜਾਵੇਗੀ ਜਿਨ੍ਹਾਂ ਦਾ ਸਾਂਝਾ ਅੰਤਰ ਬਰਾਬਰ ਹੋਵੇ। ਔਰ ਇਹ ਜਿਹੜਾ D ਹੈ ਕਾਮਨ ਡਿਫਰੈਂਸ ਇਹ ਕਿਵੇਂ ਦਾ ਹੋ ਸਕਦਾ ਹੈ? ਇਹਨਾਂ ਦੀ ਨੇਚਰ ਕਿਵੇਂ ਦੀ ਹੈ? ਧਨਾਤਮਕ ਮੀਨਸ ਪੋਜ਼ਿਟਿਵ ਵੀ ਹੋ ਸਕਦਾ ਹੈ, ऋणात्मक मीन्स नैगेटिव भी हो सकता है, सिफर मीन्स 0 भी हो सकता है। ਅਸੀਂ ਇਹਦੇ ਬੇਸ ਤੇ ਇੱਕ ਕੁਐਸਚਨਸ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ ਹੇਠਾਂ ਦਿੱਤੀਆਂ ਸੰਖਿਆਵਾਂ ਦੀਆਂ ਲੜੀਆਂ ਵਿੱਚੋਂ ਕਿਹੜੇ AP ਨਹੀਂ ਹਨ? ਦੋ ਸਾਡੇ ਕੋਲ ਐਗਜ਼ਾਮਪਲ ਨੇ, ਇਹਨਾਂ ਵਿੱਚੋਂ ਅਸੀਂ ਦੱਸਣਾ ਹੈ ਕਿ ਕਿਹੜੀ AP ਹੈ ਔਰ ਕਿਹੜੀ ਨਹੀਂ ਹੈ। ਅਸੀਂ ਸਭ ਤੋਂ ਪਹਿਲੀ ਦੇਖ ਲੈਂਦੇ ਹਾਂ 4 10 16 22 ਅਪ ਟੂ ਸੋ ਔਨ। ਇਹ ਸਾਡੇ ਕੋਲ ਪਹਿਲੀ ਇੱਕ ਸੀਕੁਐਂਸ ਜਾ ਰਿਹਾ ਹੈ, ਇੱਕ ਪੈਟਰਨ ਹੈ। ਹੁਣ ਅਸੀਂ ਪਹਿਚਾਨ ਕਰਨੀ ਹੈ ਕਿ AP ਹੈਗੀ ਹੈ ਜਾਂ ਨਹੀਂ। ਕਾਮਨ ਡਿਫਰੈਂਸ ਦੇਖ ਲਓ। ਸੈਕਿੰਡ ਟਰਮ ਦੇ ਵਿੱਚੋਂ ਫਸਟ ਟਰਮ ਮਾਈਨਸ ਕੀਤੀ 10 - 4 ਵਿਚ ਇਜ਼ ਇਕੁਅਲ ਟੂ 6। ਫਿਰ ਅਸੀਂ ਸੈਕਿੰਡ ਡਿਫਰੈਂਸ ਦੇਖ ਲਿਆ 16 ਚੋਂ 10 ਮਾਈਨਸ ਕੀਤੇ 6। ਇਸੇ ਤਰ੍ਹਾਂ ਅਗਲੀ ਟਰਮ ਦੇ ਵਿੱਚੋਂ ਪਿਛਲੀ ਵਾਲੀ ਟਰਮ ਅਸੀਂ ਮਾਈਨਸ ਕਰ ਰਹੇ ਹਾਂ ਔਰ ਇਹ ਡਿਫਰੈਂਸ ਜਿਹੜਾ ਕਾਮਨ ਡਿਫਰੈਂਸ ਇਹ ਸੇਮ ਆ ਰਿਹਾ। ਇਟ ਮੀਨਸ ਦਿਸ ਇਜ਼ AP। ਨੈਕਸਟ ਦੇਖੋ ਸੈਕਿੰਡ ਕੁਐਸਚਨ। ਸੈਕਿੰਡ ਸਾਡੇ ਕੋਲ ਹੈ ਐਵਲੀ ਸੀਰੀਜ਼। ਹੁਣ ਅਸੀਂ A2 ਮਾਈਨਸ A1 ਕਰਾਂਗੇ ਕਿ ਸੈਕਿੰਡ ਟਰਮ ਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ A1 ਮੀਨਸ ਫਸਟ ਵਾਲੀ ਟਰਮ। ਸੈਕਿੰਡ ਟਰਮ ਹੈ ਸਾਡੇ ਕੋਲ 2 ਲਿਖ ਲੈਂਦੇ ਹਾਂ माइनस
फिर उस तो बाद फर्स्ट वाली टर्म -2 है, मीनस इनू असीं ब्रैकेट दे विच लिख लैंदे आ और ये साडे कोल बन गया 2 + 2 = 4। हुण नैक्सट देखो A3 - A2, थर्ड वाली टर्म किहड़ी है साडे कोल -2, फिर अगला माइनस से फॉर्मूले वाला, नैक्सट A2 मीनस 2, इत्थे कितना साडे कोल आ गया -4 विच इज़ नॉट इक्वल। कॉन्सटेंट देखो जिहड़ा हैगा साडे कोल डिफरेंस ये कॉन्सटेंट नहीं हैगा, एक बारी आ गया साडे कोल 4, दूसरी बारी आ रहा साडे कोल -4। इट मीनस ये जिहड़ी सैकेंड एग्जाम्पल है साडे कोल ये AP नहीं हैगी। हुण पहली जिहड़ी एग्जाम्पल है वो हैगी है एक AP और दूसरी एग्जाम्पल AP नहीं आई साडे कोल। पहली एग्जाम्पल अगर AP हैगी है तो उहदियां जिहड़ियां नैक्सट 2 टर्म्स लिखनियां है तो नैक्सट 2 जिहड़ियां टर्म्स हो जाणगियां, जिवें कॉमन डिफरेंस कितना आया सीगा 6 6 6 तो असीं 6 होर ऐड कर लिए, इत्थे 28 आ गया, नैक्सट आ गया 34, मतलब जिहड़ी फिफ्थ टर्म हैगी है वो 28 आ गई और सिक्स टर्म जिहड़ी है 34 आ रही है। बहुत ही ईजी है चैप्टर हैगा। ਇਹਦੇ ਵਿੱਚ ਅਸੀਂ ਕੁਝ ਹੋਰ ਐਗਜ਼ਾਮਪਲਸ ਦੇਖ ਲੈਂਦੇ ਆ ਕਿ AP ਦੀਆਂ ਕੁਝ ਹੋਰ ਕਾਮਨ ਜਿਹੜੀਆਂ ਐਗਜ਼ਾਮਪਲਸ ਹੈ। ਕਿਸੇ ਸਕੂਲ ਦੀ ਸਭਾ ਦੇ ਵਿੱਚ ਇੱਕ ਕਤਾਰ ਵਿੱਚ ਖੜੇ ਕੁਝ ਵਿਦਿਆਰਥੀਆਂ ਦੀ ਉਚਾਈਆਂ ਇਸ ਤਰ੍ਹਾਂ ਨੇ। ਪ੍ਰੇਅਰ ਹੋ ਰਹੀ ਹੈ, ਉਹਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਉਹਨਾਂ ਦੀ ਉਚਾਈਆਂ ਦੇ ਹਿਸਾਬ ਨਾਲ ਖੜਾ ਕਰਦੇ ਹਾਂ। ਪਹਿਲੇ ਦੀ ਹੈਗੀ ਹੈ ਸਾਡੇ ਕੋਲ 147, ਉਹ ਪਹਿਲੇ ਨੰਬਰ 'ਤੇ ਖੜਾ ਹੈ, ਪਹਿਲੇ ਨੰਬਰ 'ਤੇ ਖੜਾ, ਫਿਰ 148 149 ਫਿਰ 150। ਕਾਮਨ ਡਿਫਰੈਂਸ ਦੇਖੋ ਕਿੰਨਾ ਆ ਰਿਹਾ 1 1 1, ਇਟ ਮੀਨਸ AP ਹੈਗੀ ਹੈ। ਨੈਕਸਟ ਹੈਗਾ ਸਾਡੇ ਕੋਲ ਐਗਜ਼ਾਮਪਲ ਕਿ 50 ਰੁਪਏ ਪ੍ਰਤੀ ਮਹੀਨਾ ਦੀ ਬਚਤ ਨਾਲ 10 ਮਹੀਨਿਆਂ ਲਈ ਹਰੇਕ ਮਹੀਨੇ ਦੇ ਅੰਤ ਵਿੱਚ ਕੁੱਲ ਜਿਹੜੀ ਬਚਤ ਹੋਈ ਹੈ ਉਹ ਐਵਲੀ ਹੋਈ ਹੈ 50 100 150 200 250, ਮੀਨਸ ਸਾਰਿਆਂ ਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਕਿੰਨੇ ਕਿੰਨੇ ਦਾ 50 50 ਦਾ ਡਿਫਰੈਂਸ ਹੈਗਾ। ਇਸ ਤਰ੍ਹਾਂ ਦੀ ਅਸੀਂ ਜਿਹੜੀਆਂ ਉਦਾਹਰਨਾਂ ਹੈ ਅਸੀਂ ਡੇਲੀ ਲਾਈਫ ਦੇ ਵਿੱਚ AP ਦੇ ਬਾਰੇ ਬਹੁਤ ਈਜ਼ੀਲੀ ਸਟੱਡੀ ਕਰਦੇ ਹਾਂ। ਹੁਣ ਜਿਵੇਂ ਕਿ ਸਾਡੇ ਕੋਲ ਜਿਹੜੀਆਂ ਅਸੀਂ ਕਾਫੀ ਦੇਖਦੇ ਹਾਂ ਕਿ ਸ਼ਹਿਦ ਦੀਆਂ ਜਿਹੜੀਆਂ ਮੱਖੀਆਂ ਦਾ ਛੱਤਾ ਹੁੰਦਾ ਉਹਨਾਂ ਦਾ ਵੀ ਇੱਕ ਪ੍ਰੋਪਰ ਇੱਕ ਸੀਕੁਐਂਸ ਬਣਿਆ ਹੁੰਦਾ, ਮਤਲਬ ਉਹ ਵੀ ਇੱਕ AP ਹੈ। ਛੱਲੀ ਦੇ ਜਿਹੜੇ ਦਾਣੇ ਨੇ ਕੌਰਨਸ ਨੇ ਜਿਹੜੇ ਉਹ ਵੀ ਕੀ ਨੇ ਇੱਕ ਪੈਟਰਨ ਦੇ ਵਿੱਚ ਹੁੰਦੇ ਨੇ। ਇਸ ਕਰਕੇ AP ਦਾ ਜਿਹੜਾ ਚੈਪਟਰ ਹੈ ਉਹ ਸਾਡੀ ਡੇਲੀ ਲਾਈਫ ਦੇ ਵਿੱਚ ਵੀ ਬਹੁਤ ਹੀ ਅਪਲਾਈ ਕੀਤਾ ਜਾ ਸਕਦਾ। ਇਹਨੂੰ ਬਿਲਕੁਲ ਵੀ ਤੁਸੀਂ ਛੱਡ ਕੇ ਨਹੀਂ ਜਾਣਾ ਪੇਪਰ ਦੇ ਵਿੱਚ, ਬਹੁਤ ਈਜ਼ੀ ਚੈਪਟਰ ਹੈਗਾ। ਅੱਜ ਅਸੀਂ ਸਿਰਫ ਇੰਟਰੋਡਕਸ਼ਨ ਪਾਰਟ ਕੀਤਾ ਹੈ, ਨੈਕਸਟ ਵੀਡੀਓ ਦੇ ਵਿੱਚ ਅਸੀਂ ਹੌਲੀ ਹੌਲੀ ਸਾਰੇ ਫਾਰਮੂਲੇ ਵਾਈਜ਼ ਅਸੀਂ ਇਹਨੂੰ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।